साध संगत मैं एवें नहीं ये प्रकरण ना लिया, ये सतगुरु जी की बाणी की शक्ति है। नाले ते इशनान करते हैं, सतगुरु जी कहते जदों इशनान करो उदों भी वाहेगुरु 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 दा सिमरन करो। एक पासे ते तन का इशनान हो जाएगा, दूजे पासे तन दियां बीमारियां भी खत्म हो जाएंगी। ये सतगुरु जी की बाणी का फैसला है। कर इशनान सिमर प्रभ अपना, मन तन पैरो काजी। कर इशनान सिमर प्रभ अपना, पैरो काजी। इशनान सिमर प्रभ अपना, मन तन पैरो काजी। कर इशनान सिमर प्रभ अपना, मन तन पैरो काजी। कर इशनान सिमर प्रभ अपना, मन तन पैरो काजी। कर इशनान सिमर प्रभ अपना, मन तन पैरो काजी। आओ महापुरुष संत बाबा ਸਰੂਪ ਸਿੰਘ जी नाल संत बाबा कुलजीत सिंह जी, नाल संत बाबा जरनैल सिंह जी मोहन माजरे वाले, नाल संत बाबा गुरदीप सिंह जी, इन्ने महापुरुष इत्थे पहुंच रहे ने। बोले गज वज के जवाब दो जयकारे दा। महापुरुषों के आउण ते मैं केवल एको ही शब्द लावांगा, सारी संगत ने नाल बोलना जे प्यार है। गज वज तन 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 जाने आया, तन 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 जाने आया, तन 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 जाने आया, तन 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 जाने आया, तन तन जाने आया, तन तन जाने आया। जिस प्रसाद सब जगत तेरा आया, सब जगत तेरा आया, सब जगत तेरा आया। तन 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 जाने आया, तन 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 जाने आया, तन तन जाने आया, तन 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 जाने आया, तन 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 जाने आया, तन तन जाने आया, तन 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 जाने आया। ओ तन 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 जाने वाह, तन 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 जाने आया। बोले कितना समा करो प्रवान। धन गुरु अमरदास महाराज जी ने उस रोगी का रोग दूर किया। ये गुरु नानक का घर है। सतगुर आयो शरण तुहारी, मिले सुख नाम हर शोभा, चिंता लाहे हमारी। सो आओ स्टेज के उत्ते अनेका महापुरुष अते पंज प्यारे गुरु ग्रंथ साहिब महाराज जियां दी हजूरी विच सुभाईमान हो चुके ने। दास दी इतनी हिम्मत नहीं है, इतना बल नहीं भी मैं इन्हां महापुरुषों के सामने कोई होर विचार रख सका। जितनी देर भी कीर्तन की सेवा की है, आप सब संगतां ने असीस देना भी इसे तरह सतगुरां दे चरनां नाल जुड़े रहिए। सो आओ हुण अगला समा
ਜੋ ਸਾਡੇ ਸਟੇਜ ਸਕੱਤਰ ਸਾਹਿਬ ਨੇ ਉਹ ਆਪ ਜੀਆਂ ਨੂੰ ਸਰਵਣ ਕਰਾਉਣਗੇ। ਭੁੱਲਾਂ ਚੁੱਕਾਂ ਦੀ ਖਿਮਾ। ਸੰਸਰ ਚੈਰੀਟੇਬਲ ਹਸਪਤਾਲ ਦੀ ਇੱਕ ਵਾਰੀ ਸਾਰੀ ਸੰਗਤਾਂ ਨੂੰ ਦਾਸ ਵੱਲੋਂ ਲੱਖ 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 ਵਧਾਈ ਹੈ। ਆਓ ਮਹਾਂਪੁਰਸ਼ਾਂ ਦੀ ਚੜ੍ਹਦੀ ਕਲਾ ਵਾਸਤੇ ਇੱਕ ਜਕਾਰਾ, ਉਪਰੰਤ ਅਗਲਾ ਸਮਾਂ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਦੇਹ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ। ਅਚਲ ਮੂਰਤ ਅਨੁਭਉ ਪ੍ਰਕਾਸ਼। ਅਮਿਤੋਜ ਕਹੀਜੈ ਕੋਟ ਇੰਦਰ ਇੰਦਰਾਣ। ਸ਼ਾਹੋ ਸ਼ਾਹਾਨ ਗੁਣੀਜੈ ਤ੍ਰੇ ਭਵਨ ਮਹੀਪ। ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਬ ਸਰਬ ਨਾਮ ਕਥੈ ਕਮਨ। ਕਰਮ ਨਾਮ ਬਰਣਤ ਸੁਮਤ। ਰੋਗੀ ਕਾ ਪ੍ਰਭ ਖੰਡੋ ਰੋਗ। ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਦੀਨ ਦਰਦ ਨਿਵਾਰ ਠਾਕੁਰ। ਰਾਖੈ ਜਨ ਕੀ ਆਪ। ਤਰਣ ਤਾਰਣ ਹਰ ਨਿਦ। ਦੁਖ ਨਾ ਸਕੈ ਬਿਆਪ। ਪਤਿਤ ਪਾਵਨ ਭਗਤ ਵਸ਼ਲ ਸ਼ਬਦ ਗੁਰੂ। ਗੁਰਤਾ ਗੱਦੀ ਤੇ ਸੁਭਾਏਮਾਨ। ਬਾਣੀ ਕੇ ਬੋਹਿਤ ਨਾਮ ਕੇ ਜਹਾਜ। ਚਵਰ ਛਤਰ ਤਖਤ ਦੇ ਮਾਲਕ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਗੁਰੂ ਕਾ ਖਾਸ ਰੂਪ ਖਾਲਸਾ ਜੀਓ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸਮਾਗਮ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲਿਆਂ ਵੱਲੋਂ ਜੋ ਸਮਾਜ ਦੇ ਭਲੇ ਵਾਸਤੇ ਇਲਾਕੇ ਦੇ ਭਲੇ ਵਾਸਤੇ ਜੋ ਕਿ ਉਹ ਅਕਸਰ ਹੀ ਇਹ ਪਰਉਪਕਾਰੀ ਕਾਰਜ ਕਰਦੇ ਰਹਿੰਦੇ ਨੇ, ਯਤਨਸ਼ੀਲ ਨੇ, ਉਹਨਾਂ ਵੱਲੋਂ ਇਸ ਇਲਾਕੇ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਸੰਤ ਸਰ ਚੈਰੀਟੇਬਲ ਹਸਪਤਾਲ ਜੋ ਬਣਾਇਆ ਗਿਆ ਹੈ ਉਸ ਦਾ ਅੱਜ ਉਦਘਾਟਨੀ ਸਮਾਰੋਹ ਹੈ ਔਰ ਆਪਾਂ ਸਾਰੇ ਗੁਰੂ ਕੀ ਹਜ਼ੂਰੀ ਵਿੱਚ ਇਹ ਅਰਦਾਸ ਕਰਨ ਵਾਸਤੇ ਪਹੁੰਚੇ ਹਾਂ ਕਿ ਐ ਸਤਿਗੁਰੂ ਜੀ ਇਸ ਹਸਪਤਾਲ ਵਿੱਚ ਜਿਹੜਾ ਵੀ ਕੋਈ ਲੋੜਵੰਦ, ਕੋਈ ਮਰੀਜ਼, ਕੋਈ ਦੀਨ ਦੁਖੀ ਆਵੇ ਤੇ ਜੋ ਖਾਲਸੇ ਦੀ ਅਰਦਾਸ ਹੈ ਜੋ ਆਵੇ ਸੋ ਰਾਜੀ ਜਾਵੇ। ਜਿਹੜਾ ਵੀ ਇਸ ਹਸਪਤਾਲ ਵਿੱਚ ਇਲਾਜ ਵਾਸਤੇ ਆਵੇ ਉਹ ਇੱਥੋਂ ਤੰਦਰੁਸਤ ਹੋ ਕੇ ਜਾਵੇ। ਆਪਾਂ ਇਹ ਅਰਦਾਸ ਕਰਨ ਵਾਸਤੇ ਇਕੱਤਰ ਹੋਏ ਹਾਂ। 10 ਤੋਂ ਪਹਿਲਾਂ
ਸੰਤ ਬਾਬਾ ਕੁਲਜੀਤ ਸਿੰਘ ਜੀ ਸ਼ੀਸ਼ ਮਹਿਲ ਵਾਲਿਆਂ ਨੇ ਆਪਣੇ ਹਿਰਦੇ ਵਿੱਚੋਂ ਅਰਦਾਸ ਦੇ ਰੂਪ ਵਿੱਚ ਧਾਰਨਾ ਆਪ ਜੀ ਨੂੰ ਸਰਵਣ ਕਰਾਈਆਂ ਨੇ। ਔਰ ਉਹਨਾਂ ਤੋਂ ਪਹਿਲਾਂ ਮਹਾਂਪੁਰਖਾਂ ਦੇ ਫਰਜ਼ੰਦ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਚੰਡੀਗੜ੍ਹ ਵਾਲੇ ਕੀਰਤਨ ਕਰ ਰਹੇ ਸਨ। ਔਰ ਮਾਨੋ ਕਿ ਉਹਨਾਂ ਨੇ ਕੀਰਤਨ ਕਰਦਿਆਂ ਕਰਦਿਆਂ ਧਾਰਨਾ ਦੇ ਵਿੱਚ ਸਮੁੰਦਰ ਨੂੰ ਕੁੱਜੇ ਦੇ ਵਿੱਚ ਬੰਦ ਕਰਨ ਦਾ ਯਤਨ ਕੀਤਾ ਹੈ। ਬਹੁਤ ਹੀ ਭਾਵਪੂਰ ਤਰੀਕੇ ਦੇ ਨਾਲ ਉਹ ਗੁਰੂ ਸਾਹਿਬਾਨ ਦੇ ਜੀਵਨ ਵਿੱਚੋਂ ਔਰ ਗੁਰਸਿੱਖਾਂ ਦੇ ਜੀਵਨ ਵਿੱਚੋਂ ਇਤਿਹਾਸ ਰਾਹੀਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰ ਰਹੇ ਸਨ। ਉਹ ਦੱਸ ਰਹੇ ਸਨ ਕਿ ਮਹਾਂਪੁਰਖਾਂ ਨੂੰ ਇਹ ਕਾਰਜ ਕਰਨ ਦੀ ਜਿਹੜੀ ਪ੍ਰੇਰਣਾ ਹੈ ਉਹ ਭਾਈ ਸਾਹਿਬ ਭਾਈ ਕਨ੍ਹਈਆ ਜੀ ਦੇ ਜੀਵਨ ਦੇ ਵਿੱਚੋਂ ਮਿਲੀ ਹੈ ਕਿ ਭਾਈ ਸਾਹਿਬ ਭਾਈ ਕਨ੍ਹਈਆ ਜੀ ਦੇ ਜੀਵਨ ਵਾਂਗ ਉਹ ਵੀ ਆਪਣਾ ਸਰੀਰ ਆਪਣੀ ਜ਼ਿੰਦਗੀ ਗੁਰਸਿੱਖਾਂ ਦੇ ਗੁਰਸੰਗਤਾਂ ਦੇ ਮਾਨਵਤਾ ਦੇ ਭਲੇ ਵਾਸਤੇ ਲਾ ਦੇਣ। ਭਾਈ ਸਾਹਿਬ ਭਾਈ ਕਨ੍ਹਈਆ ਜੀ ਇੱਕ ਐਸੀ ਸ਼ਖਸੀਅਤ ਸਨ ਜਿਨ੍ਹਾਂ ਨੂੰ ਆਪਾਂ, ਮੇਰਾ ਖਿਆਲ ਹੈ ਕਿ ਕੇਵਲ ਮਰਮ ਪੱਟੀ ਤੱਕ ਹੀ ਜਾਣਦੇ ਹਾਂ, ਇਹ ਤੋਂ ਅੱਗੇ ਜਾਂ ਪਿੱਛੋਂ ਨਹੀਂ। ਭਾਈ ਕਨ੍ਹਈਆ ਜੀ ਦਾ ਜਨਮ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਪਿੰਡ ਹੈ ਸੋਧਰਾ ਜਾਂ ਸੌਦਰਾ ਕਰਕੇ ਵੀ ਉਸ ਪਿੰਡ ਨੂੰ ਸੱਦਿਆ ਜਾਂਦਾ ਹੈ। ਔਰ ਭਾਈ ਸਾਹਿਬ ਭਾਈ ਕਨ੍ਹਈਆ ਜੀ ਬੜੇ ਹੀ ਧਨਾੜ ਪਰਿਵਾਰ ਦੇ ਵਿੱਚ ਪੈਦਾ ਹੋਏ ਸਨ। ਉਹਨਾਂ ਦੇ ਪਿਤਾ ਜੀ ਸੌਦਾਗਰ ਸਨ, ਬਹੁਤ ਤਕੜੇ ਵਪਾਰੀ ਸਨ। ਕਹਿੰਦੇ ਨੇ ਕਿ ਉਹਨਾਂ ਦੇ ਪਰਿਵਾਰ ਨੇ ਆਪਣੇ ਪਿੰਡ ਵਿੱਚ ਉਸ ਵਕਤ 9 ਲੱਖ ਰੁਪਈਆ ਲਾ ਕੇ ਇੱਕ ਬਾਗ ਬਣਵਾਇਆ, ਜਿਸ ਬਾਗ ਦਾ ਨਾਮ ਅੱਜ ਵੀ 9 ਲੱਖਾ ਬਾਗ ਹੈ। ਏਡੇ ਤਕੜੇ ਧਨਾੜ ਪਰਿਵਾਰ ਦੇ ਵਿੱਚੋਂ ਹੋਏ ਨੇ ਭਾਈ ਕਨ੍ਹਈਆ ਜੀ। ਕਹਿੰਦੇ ਥੋੜੇ ਜਿਹੇ ਸਿਆਣੇ ਹੋਏ ਤੇ ਪਿੰਡ ਦੇ ਬਾਹਰ ਫਿਰਨੀ ਤੇ ਆ ਕੇ ਖਲੋ ਜਾਣਾ, ਕਿਉਂਕਿ ਸਾਡੇ ਵਿੱਚ ਇੱਕ ਰਿਵਾਜ ਹੈ ਕਿ ਆਪਣੇ ਤੋਂ ਨੀਵੇਂ ਨੂੰ ਵਗਾਰ ਪਾ ਕੇ ਉਹਦੇ ਕੋਲੋਂ ਵਿਗਾਰੀਆਂ ਵਾਲੇ ਕੰਮ ਕਰਵਾਉਣੇ। ਗੁਰਬਾਣੀ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ, ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕਿਰਤ ਹੈ। ਕਿ ਜੋਗੀਆਂ ਦਾ ਕੰਮ ਹੈ ਗਿਆਨ ਹਾਸਲ ਕਰਨਾ, ਸ਼ਬਦੰ ਦਾ ਅਰਥ ਹੈ ਧਰਮ, ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਬ੍ਰਾਹਮਣਾਂ ਦਾ ਕੰਮ ਸੀ ਵੇਦਾਂ ਦੇ ਪਾਠ ਕਰਨੇ, ਵੇਦਾਂ ਦੇ ਉਚਾਰ ਕਰਨੇ। ਖੱਤਰੀਆਂ ਦਾ ਕਰਮ ਸੀ ਆਪਣੇ ਬਾਹੂਬਲ ਦੇ ਨਾਲ ਸ਼ੂਰਬੀਰਾਂ ਵਾਲੇ ਕਰਤੱਵ ਕਰਨੇ। ਔਰ ਇਹਨਾਂ ਸਾਰਿਆਂ ਨੇ ਸ਼ੂਦਰਾਂ ਨੂੰ ਆਪਣੇ ਕੰਮ ਕਰਨ ਵਾਸਤੇ ਅੱਗੇ ਰੱਖਿਆ ਹੋਇਆ ਸੀ, ਕਿਉਂਕਿ ਉਹ ਨੀਵੀਂ ਜਾਤ ਨਾਲ ਸੰਬੰਧ ਰੱਖਦੇ ਸਨ। ਔਰ ਗੁਰਮਤਿ ਵਿੱਚ ਗੁਰਮੁਖੋ ਕੋਈ ਉੱਚਾ ਨੀਵਾਂ ਨਹੀਂ, ਕਿਉਂਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਸਾਜਿਆ ਰਾਜਾ ਭੀਮ ਚੰਦ ਉਹਨਾਂ ਦੇ ਕੋਲ ਜਾ ਕੇ ਕਹਿਣ ਲੱਗਾ ਕਿ ਪਾਤਸ਼ਾਹ ਅੰਮ੍ਰਿਤ ਛਕਣ ਵਾਸਤੇ ਤਿਆਰ ਹਾਂ, ਪਰ ਜੇਕਰ ਸਾਡੀ ਸੰਗਤ ਵੱਖਰੀ ਹੋਵੇ, ਸਾਡੀ ਪੰਗਤ ਵੱਖਰੀ ਹੋਵੇ। ਤੇ ਸਤਿਗੁਰੂ ਜੀ ਕਹਿਣ ਲੱਗੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਭਰੇ। ਸਤਿਗੁਰੂ ਜੀ ਕਹਿਣ ਲੱਗੇ ਕਿ ਇਹਨਾਂ ਦੀ ਕਿਰਪਾ ਦੇ ਨਾਲ ਹੀ ਮੈਂ ਸਜਿਆ ਹਾਂ, ਨਹੀਂ ਤੇ ਮੇਰੇ ਵਰਗੇ ਹੋਰ ਕਰੋੜਾਂ ਤੁਰੇ ਫਿਰਦੇ ਨੇ। ਇਸ ਕਰਕੇ ਮੈਂ ਸੰਗਤ ਦੇ ਵਿੱਚ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਭੇਦ ਭਾਵ ਨਹੀਂ ਪਾ ਸਕਦਾ। ਉਦੋਂ ਰਿਵਾਜ ਸੀ ਕਿ ਆਪਣੇ ਤੋਂ ਛੋਟੀ ਜਾਤ ਵਾਲੇ ਕੋਲੋਂ ਵਿਗਾਰੀਆਂ ਵਾਲੇ ਕੰਮ ਕਰਵਾਉਣੇ। ਤੇ ਕਹਿੰਦੇ ਭਾਈ ਕਨ੍ਹਈਆ ਜੀ ਦੇ ਮਨ ਦੇ ਵਿੱਚ ਬੜੀ ਚੀਸ ਉੱਠਦੀ ਸੀ ਕਿ ਇਹ ਵੱਡੀਆਂ ਜਾਤਾਂ ਵਾਲੇ ਛੋਟੀਆਂ ਜਾਤਾਂ ਵਾਲਿਆਂ ਦੇ ਕੋਲੋਂ ਆਪਣੇ ਕੰਮ ਕਿਉਂ ਕਰਾਉਂਦੇ ਨੇ। ਐਸੇ ਵੀ ਤੱਕਦੇ ਰਹੇ ਹਾਂ ਕਿ ਜੇਕਰ ਕਿਸੇ ਨੇ ਪੱਠਿਆਂ ਦੀ ਪੰਡ ਵੱਢੀ ਹੋਣੀ ਤੇ ਕਿਸੇ ਛੋਟੀ ਜਾਤ ਦੇ ਨੇ ਲਾਗੋਂ ਲੰਘਦੇ ਹੋਣਾ ਤੇ ਉਹਨੂੰ ਕਹਿਣਾ, ਮੇਰੀ ਪੰਡ ਸਿਰ ਤੇ ਚੁੱਕ ਕੇ ਮੇਰੇ ਘਰ ਸੁੱਟ ਕੇ ਆ।
ਜਦੋਂ ਕਿਸੇ ਵਿਗਾਰੀ ਨੇ ਆਪਣੇ ਸਿਰ ਤੇ ਪੰਡ ਚੁੱਕ ਕੇ ਕਿਸੇ ਦੀ ਲੰਘਦੇ ਹੋਣਾ ਤੇ ਭਾਈ ਕਨ੍ਹਈਆ ਜੀ ਨੇ ਉਹਦੀ ਪੰਡ ਆਪਣੇ ਸਿਰ ਤੇ ਚੁੱਕ ਲੈਣੀ ਤੇ ਉਹਦੇ ਘਰ ਤੱਕ ਉਹ ਪੰਡ ਛੱਡ ਕੇ ਆਉਣੀ ਤੇ ਫਿਰ ਭਾਈ ਕਨ੍ਹਈਆ ਜੀ ਨੇ ਉੱਥੇ ਖਲੋ ਜਾਣਾ। ਜੇ ਕੋਈ ਹੋਰ ਵਿਗਾਰੀ ਉਸ ਰਸਤੇ ਨੂੰ ਜਾਣ ਵਾਲਾ ਮਿਲਿਆ ਤੇ ਉਹਦੀ ਪੰਡ ਚੁੱਕ ਕੇ ਆਪਣੇ ਸਿਰ ਤੇ ਰੱਖ ਲੈਣੀ ਤੇ ਉਹਦੇ ਘਰ ਤੱਕ ਛੱਡ ਕੇ ਆਉਣੀ। ਇਸ ਤਰ੍ਹਾਂ ਚੱਲਦਾ ਰਿਹਾ ਤੇ ਆਖਰਕਾਰ ਇੱਕ ਬੀਬੀ ਨੇ ਜਾ ਕੇ ਭਾਈ ਕਨ੍ਹਈਆ ਜੀ ਦੀ ਮਾਤਾ ਨੂੰ ਉਲਾਮਾ ਦਿੱਤਾ ਕਿ ਏਡੇ ਤਕੜੇ ਘਰਾਣੇ ਦਾ ਪੁੱਤਰ ਸੜਕ ਤੇ ਜਾ ਕੇ ਖਲੋ ਜਾਂਦਾ ਈ ਤੇ ਜਾ ਕੇ ਵਿਗਾਰੀਆਂ ਦੀਆਂ ਪੰਡਾਂ ਆਪਣੇ ਸਿਰ ਤੇ ਚੁੱਕ ਕੇ ਉਹਨਾਂ ਦੇ ਘਰੋਂ ਘਰੀ ਛੱਡ ਕੇ ਆਉਂਦਾ ਹੈ। ਇਹ ਗੱਲ ਸਾਨੂੰ ਸ਼ੋਭਦੀ ਨਹੀਂ। ਇਸ ਕਰਕੇ ਤੁਸੀਂ ਆਪਣੇ ਕਨ੍ਹਈਆ ਨੂੰ ਸਮਝਾਓ। ਜੇਕਰ ਘਰੋਂ ਖਰਚਣ ਵਾਸਤੇ ਪੈਸੇ ਮਿਲਣੇ, ਕੌਡਾਂ ਮਿਲਣੀਆਂ ਤੇ ਉਹ ਵੀ ਬਾਹਰ ਜਾ ਕੇ ਗਰੀਬਾਂ 'ਚ ਵੰਡ ਆਉਣੀਆਂ। ਭਾਈ ਕਨ੍ਹਈਆ ਜੀ ਘਰ ਆਏ ਤੇ ਮਾਤਾ ਜੀ ਕੋਲ ਬਿਠਾ ਕੇ ਪੁੱਛਦੀ ਹੈ, ਪੁੱਤਰ ਤੂੰ ਸਾਰਾ ਦਿਨ ਕੀ ਕਰਦਾ ਰਹਿੰਦਾ? ਕਹਿੰਦਾ, ਮਾਂ ਮੇਰੇ ਕੋਲੋਂ ਗਰੀਬਾਂ ਦੇ ਦਰਦ ਵੇਖੇ ਨਹੀਂ ਹੋ ਜਾਂਦੇ। ਜਦੋਂ ਕੋਈ ਵਿਗਾਰੀ ਆਪਣੇ ਸਿਰ ਤੇ ਪੰਡ ਚੁੱਕ ਕੇ ਕਿਸੇ ਦੀ ਉਹਦੇ ਘਰ ਛੱਡਣ ਵਾਸਤੇ ਜਾਂਦਾ ਨਾ ਤੇ ਮੈਨੂੰ ਬੜਾ ਦੁੱਖ ਆਉਂਦਾ ਹੈ। ਤੇ ਮਾਂ ਕਹਿਣ ਲੱਗੇ, ਪੁੱਤਰ ਏਡੇ ਵੱਡੇ ਘਰਾਣੇ ਦਾ ਤੂੰ ਪੁੱਤਰ, ਪਿਤਾ ਤੇਰਾ ਸੌਦਾਗਰ ਹੈ, ਬਹੁਤ ਤਕੜਾ ਵਪਾਰੀ ਹੈ, ਤੂੰ ਇਹ ਵਿਗਾਰੀਆਂ ਵਾਲੇ ਕੰਮ ਛੱਡ ਦੇ। ਤੇ ਭਾਈ ਕਨ੍ਹਈਆ ਜੀ ਕਹਿਣ ਲੱਗੇ, ਮਾਤਾ ਜੀ ਮੈਂ ਕਿਸੇ ਦੇ ਪੈਸੇ ਨੂੰ, ਕਿਸੇ ਦੇ ਤਨ ਨੂੰ ਆਪਣੀ ਨਜ਼ਰ ਨਾਲ ਨਹੀਂ ਤੱਕਦਾ। ਮੈਂ ਕੋਈ ਭੈੜਾ ਕਰਮ ਨਹੀਂ ਕਰਦਾ। ਮੈਂ ਤੇ ਆਇਆ ਹੀ ਦਿਨ ਦੁਖੀਆਂ ਦੀ ਸੇਵਾ ਵਾਸਤੇ ਹਾਂ। ਜੇਕਰ ਤੈਨੂੰ ਕੋਈ ਕਹੇ ਨਾ ਕਿ ਤੇਰਾ ਪੁੱਤਰ ਵਿਗਾਰੀਆਂ ਦੇ ਕੰਮ ਕਰਦਾ ਫਿਰਦਾ ਤੇ ਤੂੰ ਉਹਨੂੰ ਕਹਿ ਦਿਆ ਕਰ ਕਿ ਮੇਰੇ ਘਰ ਇੱਕ ਕਮਲਾ ਪੁੱਤਰ ਪੈਦਾ ਹੋਇਆ। ਏਡੇ ਮਹਾਨ ਸਨ ਭਾਈ ਕਨ੍ਹਈਆ ਜੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਰਨ ਵਿੱਚ ਆਏ, ਜਿਵੇਂ ਕਿ ਬਾਬਾ ਜੀ ਜ਼ਿਕਰ ਕਰਕੇ ਗਏ ਨੇ, ਜੰਗ ਲੱਗੀ ਹੈ, ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦੇ ਨੇ, ਸ਼ਿਕਾਇਤ ਹੋਈ ਤੇ ਗੁਰੂ ਸਾਹਿਬ ਨੇ ਆਪਣੇ ਕੋਲੋਂ ਮਰਮ ਦੀ ਡੱਬੀ ਤੇ ਪੱਟੀਆਂ ਆਦਿਕ ਦੇ ਕੇ ਤੋਰਿਆ ਕਿ ਜਿੱਥੇ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਹੋ ਉੱਥੇ ਦੁਸ਼ਮਣਾਂ ਦੇ ਮਰਮ ਪੱਟੀ ਵੀ ਕਰੀ ਜਾਓ। ਤੇ ਕਹਿੰਦੇ ਇੱਕ ਫੌਜ ਦਾ ਜਰਨੈਲ ਜ਼ਖਮੀ ਹੋਇਆ ਪਿਆ। ਭਾਈ ਕਨ੍ਹਈਆ ਜੀ ਉਸ ਜਰਨੈਲ ਕੋਲ ਗਏ, ਉਸ ਦੇ ਮੂੰਹ ਨੂੰ ਆਪਣਾ ਬੁੱਕ ਲਾ ਕੇ ਮਸ਼ਕ ਨਾਲ ਪਾਣੀ ਪਿਆਉਣ ਲੱਗੇ ਤੇ ਜਰਨੈਲ ਕਹਿੰਦਾ, ਭਾਈ ਜੀ ਠਹਿਰ ਜਾਓ। ਭਾਈ ਜੀ ਠਹਿਰ ਗਏ ਤੇ ਜਰਨੈਲ ਕਹਿਣ ਲੱਗਾ ਕਿ ਭਾਈ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਹੋ ਔਰ ਅਸੀਂ ਲੱਖਾਂ ਦੀ ਗਿਣਤੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਫੜਨ ਵਾਸਤੇ ਆਏ ਹੋਏ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਉਂਦਾ ਜਾਂ ਮੁਰਦਾ ਸਾਡੇ ਹੱਥ ਵਿੱਚ ਆ ਜਾਏ। ਤੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਹੋ ਕੇ ਸਾਨੂੰ ਪਾਣੀ ਪਿਆ ਰਹੇ ਹੋ। ਕੀ ਤੁਸੀਂ ਸਾਨੂੰ ਮੁੜ ਰਾਜੀ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਲੜਨ ਵਾਸਤੇ ਰਾਜੀ ਕਰ ਰਹੇ ਹੋ? ਇਹ ਕਿਉਂ ਕਰ ਰਹੇ ਹੋ? ਤੇ ਭਾਈ ਕਨ੍ਹਈਆ ਜੀ ਕਹਿਣ ਲੱਗੇ, ਅਸਲ ਵਿੱਚ ਤੁਸੀਂ ਦੁਸ਼ਮਣ ਖਤਮ ਕਰਦੇ ਹੋ ਤੇ ਮੈਂ ਦੁਸ਼ਮਣੀ ਖਤਮ ਕਰਦਾ। ਮੇਰੇ ਮਨ ਵਿੱਚ ਕੋਈ ਦੁਸ਼ਮਣੀ ਨਹੀਂ। ਮੈਂ ਉਸ ਗੁਰੂ ਦਾ ਸਿੱਖ ਹਾਂ ਜਿਸ ਗੁਰੂ ਦੀ ਬਾਣੀ ਵਿੱਚੋਂ ਇਹ ਆਵਾਜ਼ ਆਉਂਦੀ ਹੈ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਮੈਂ ਉਸ ਗੁਰੂ ਦਾ ਸਿੱਖ ਹਾਂ ਜਿਸ ਗੁਰੂ ਦੀ ਬਾਣੀ ਵਿੱਚੋਂ ਇਹ ਆਵਾਜ਼ ਆਉਂਦੀ ਹੈ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਹਿੰਦੇ ਇਸ ਕਰਕੇ ਮੈਨੂੰ ਸਾਰਿਆਂ ਦੇ ਵਿੱਚ ਆਪਣੇ ਗੁਰੂ ਦਾ ਹੀ ਸਰੂਪ ਨਜ਼ਰ ਆਉਂਦਾ ਹੈ ਤੇ ਮੈਂ ਇਸ ਕਰਕੇ ਜਿੱਥੇ ਸਿੰਘਾਂ ਨੂੰ ਪਾਣੀ ਪਿਆਉਣਾ ਉੱਥੇ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾ ਰਿਹਾ, ਕਿਉਂਕਿ ਮੈਂ ਦੁਸ਼ਮਣੀ ਖਤਮ ਕਰਦਾ, ਦੁਸ਼ਮਣ ਨਹੀਂ। ਐਸੇ ਮਹਾਨ ਗੁਰਸਿੱਖ ਸਨ ਭਾਈ ਕਨ੍ਹਈਆ ਜੀ,
ਜਿਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਜਿਵੇਂ ਮਹਾਂਪੁਰਖ ਦੱਸ ਕੇ ਗਏ ਨੇ ਕਿ ਬਾਬਾ ਜੀ ਨੇ ਇਹ ਕਾਰਜ ਆਰੰਭੇ ਨੇ। ਔਰ ਗੁਰਸਿੱਖ ਦੇ ਜੀਵਨ ਵਿੱਚ ਕਦੇ ਵੀ ਕੋਈ ਉੱਚਾ ਕੋਈ ਨੀਵਾਂ ਕਿਸੇ ਪ੍ਰਕਾਰ ਦਾ ਗੁਰਮੁਖੋ ਭੇਦ ਭਾਵ ਨਹੀਂ ਹੁੰਦਾ। ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਲੋਕਾਂ ਦਾ ਧਰਮ ਹੈ ਕਿ ਆਪਣੇ ਤੋਂ ਛੋਟਿਆਂ ਨੂੰ ਨੇੜੇ ਨਾ ਲੱਗਣ ਦੇਣਾ, ਆਪਣੇ ਤੋਂ ਛੋਟਿਆਂ ਕੋਲੋਂ ਕੰਮ ਕਰਵਾਉਣੇ। ਔਰ ਇੱਥੋਂ ਤੱਕ ਵੀ ਦੱਸਦੇ ਨੇ ਕਿ ਜੇਕਰ ਕਿਸੇ ਉੱਚੇ ਘਰਾਣੇ ਦਾ ਡਾਕਟਰ ਜਾਂ ਕੋਈ ਵੈਦ ਹੁੰਦਾ ਸੀ ਤਾਂ ਉਹ ਛੋਟੀ ਜਾਤ ਵਾਲੇ ਨੂੰ ਦਵਾਈ ਵੀ ਨਹੀਂ ਸੀ ਦਿੰਦਾ ਹੁੰਦਾ। ਇਤਿਹਾਸ ਦੀ ਇੱਕ ਘਟਨਾ ਆਪ ਜੀ ਨਾਲ ਸਾਂਝੀ ਕਰਕੇ ਸਿੱਖ ਇਤਿਹਾਸ ਵਿੱਚੋਂ ਤੇ ਖਿਮਾ ਲੈ ਲੈਣੀ ਹੈ। ਅਫਗਾਨਿਸਤਾਨ ਦੇ ਵਿੱਚ ਜਦੋਂ ਕਹਿੰਦੇ ਕਿ ਇਹ ਭਾਰਤ ਅਣਵੰਡਿਆ ਸੀ, ਅਫਗਾਨਿਸਤਾਨ ਦੇ ਵਿੱਚ ਇੱਕ ਗੁਰਸਿੱਖ ਰਿਹਾ ਕਰਦੇ ਸਨ ਬਾਬਾ ਖੁਦਾ ਸਿੰਘ ਜੀ। ਕਹਿੰਦੇ ਬਾਬਾ ਖੁਦਾ ਸਿੰਘ ਜੀ ਨੇ ਪਿੰਡ ਦੇ ਬੱਚਿਆਂ ਨੂੰ ਸਿਆਣਿਆਂ ਨੂੰ ਇਕੱਠੇ ਕਰ ਲੈਣਾ, ਗੁਰਬਾਣੀ ਪੜ੍ਹਨੀ ਸਿਖਾਉਣੀ, ਨਿਤਨੇਮ ਕਰਨਾ, ਗੁਰੂ ਆਛੇ ਮੁਤਾਬਕ ਆਪਣਾ ਜੀਵਨ ਬਸਰ ਕਰਨਾ। ਤੇ ਬਾਬਾ ਜੀ ਦੇ ਘਰ ਦੇ ਕੋਲ ਇੱਕ ਸ਼ੂਦਰ ਪਰਿਵਾਰ ਦਾ ਘਰ ਸੀ, ਜਿਵੇਂ ਕਿ ਲੋਕਾਂ ਦਾ ਮੈਲਾ ਚੁੱਕਣ ਵਾਲੇ। ਉਸ ਘਰ ਵਾਲੀ ਬੀਬੀ ਕਿਸੇ ਅਮੀਰ ਸ਼ਾਹੂਕਾਰ ਵੈਦ ਦੇ ਘਰ ਮੈਲਾ ਚੁੱਕਣ ਦਾ ਕੰਮ ਕਰਦੀ ਸੀ। ਉਸ ਦੀ ਇੱਕ ਬੱਚੀ ਹੈ ਜੋ ਵਿਆਹੀ ਹੋਈ ਹੈ ਤੇ ਉਹਦੇ ਪੁੱਛੜ ਗੋਦੀ ਵਿੱਚ ਇੱਕ ਬਾਲ ਹੈ। ਔਰ ਇੱਕ ਦਿਨ ਕੀ ਹੋਇਆ ਕਿ ਉਸ ਬੀਬੀ ਦੇ ਅਸਥਨ ਦੇ ਵਿੱਚ ਕੋਈ ਜ਼ਖਮ ਹੋ ਗਿਆ। ਜ਼ਖਮ ਹੋਣ ਦੇ ਨਾਲ ਸੁਰਾਖ ਬੰਦ ਹੋ ਗਿਆ, ਅਸਥਨ ਚੋਂ ਦੁੱਧ ਨਹੀਂ ਆ ਰਿਹਾ। ਬੱਚਾ ਭੁੱਖ ਨਾਲ ਕੁਰਲਾ ਰਿਹਾ ਹੈ, ਬੀਬੀ ਦਰਦ ਨਾਲ ਕੁਰਲਾ ਰਹੀ ਹੈ। ਮੌਸਮ ਖਰਾਬ ਹੈ, ਮੀਂਹ ਪੈ ਰਿਹਾ, ਤੂਫਾਨ ਵਗ ਰਿਹਾ ਹੈ ਤੇ ਉਹ ਦਲਿਤ ਬੀਬੀ ਤਰਲੇ ਲੈਂਦੀ ਫਿਰਦੀ ਹੈ ਕਿ ਮੈਂ ਆਪਣੀ ਬੱਚੀ ਤੇ ਆਪਣੇ ਦੋਹਤੇ ਨੂੰ ਬਚਾਉਣ ਵਾਸਤੇ ਕੀ ਕਰਾਂ। ਤੇ ਉਹ ਬੱਚੀ ਕਹਿਣ ਲੱਗੀ ਕਿ ਮਾਂ, ਜਿਹਦੇ ਘਰ ਤੂੰ ਕੰਮ ਕਰਨ ਵਾਸਤੇ ਜਾਨੀ ਹੈ ਉਹ ਵੈਦ ਹੈ, ਮੇਰੀ ਜਾਨ ਨਿਕਲ ਰਹੀ ਹੈ, ਮੈਂ ਵੀ ਮਰ ਜਾਣਾ ਤੇ ਮੇਰੇ ਬੱਚੇ ਨੇ ਵੀ ਮਰ ਜਾਣਾ, ਤੂੰ ਉਸ ਵੈਦ ਕੋਲ ਜਾ ਕੇ ਮੇਰੇ ਵਾਸਤੇ ਦਵਾਈ ਲੈ ਕੇ ਆ। ਤੇ ਉਹ ਮਾਂ ਕਹਿਣ ਲੱਗੇ, ਪੁੱਤਰ ਅਸੀਂ ਉਹਨਾਂ ਘਰਾਂ ਦਾ ਮੈਲਾ ਚੁੱਕਣ ਵਾਲੇ ਆ, ਉਸ ਵੈਦ ਨੇ ਮੈਨੂੰ ਦਵਾਈ ਤੇਰੇ ਵਾਸਤੇ ਨਹੀਂ ਦੇਣੀ। ਤੇ ਧੀ ਕਹਿਣ ਲੱਗੀ, ਮਾਂ ਤੂੰ ਜਾ ਤੇ ਸਹੀ। ਮਾਂ ਗਈ, ਜਾ ਕੇ ਦਰਵਾਜ਼ਾ ਖੜਕਾਇਆ। ਦਰਵਾਜ਼ਾ ਵੈਦ ਨੇ ਖੋਲ੍ਹਿਆ ਤੇ ਉਹ ਬੀਬੀ ਕਹਿਣ ਲੱਗੀ ਕਿ ਵੈਦ ਜੀ ਮੇਰੀ ਧੀ ਬਹੁਤ ਤੰਗ ਹੈ, ਕਿਰਪਾ ਕਰੋ ਮੇਰੀ ਧੀ ਵਾਸਤੇ ਦਵਾਈ ਦਿਓ, ਜੇ ਦਵਾਈ ਨਾ ਦਿਓਗੇ ਤੇ ਮੇਰੀ ਧੀ ਨੇ ਦਰਦ ਨਾਲ ਕੁਰਲਾ ਕੇ ਮਰ ਜਾਣਾ ਤੇ ਮੇਰੇ ਦੋਹਤੇ ਨੇ ਭੁੱਖ ਨਾਲ ਕੁਰਲਾ ਕੇ ਮਰ ਜਾਣਾ। ਤੇ ਉਹ ਵੈਦ ਨੇ ਪਤਾ ਕੀ ਕਿਹਾ, ਉਹ ਕਹਿਣ ਲੱਗਾ ਕਿ ਇਹ ਦਵਾਈਆਂ ਤੁਹਾਡੇ ਵਾਸਤੇ, ਦਲਿਤਾਂ ਸ਼ੂਦਰਾਂ ਵਾਸਤੇ ਨਹੀਂ, ਇਹ ਦਵਾਈ ਮੈਂ ਤੈਨੂੰ ਦੇ ਨਹੀਂ ਸਕਦਾ। ਚੰਡਾਲੜੇ ਤੇਰੀ ਜੁਰਤ ਕਿਵੇਂ ਹੋਈ ਇਸ ਵੇਲੇ ਆ ਕੇ ਮੇਰਾ ਬੂਹਾ ਖੜਕਾਉਣ ਦੀ। ਉਹ ਝਿੜਕਾਂ ਲੈ ਕੇ ਬੀਬੀ ਆਪਣੇ ਘਰ ਚਲੇ ਗਈ ਤੇ ਜਾ ਕੇ ਆਪਣੀ ਧੀ ਨੂੰ ਕਹਿਣ ਲੱਗੀ, ਬੱਚੀਏ ਮੈਂ ਤੈਨੂੰ ਕਿਹਾ ਸੀ ਨਾ ਕਿ ਉਸ ਵੈਦ ਨੇ ਮੈਨੂੰ ਦਵਾਈ ਨਹੀਂ ਦੇਣੀ, ਉਹਨੇ ਮੈਨੂੰ ਝਿੜਕਾ ਮਾਰ ਕੇ ਆਪਣੇ ਘਰ ਵਿੱਚੋਂ ਬਾਹਰ ਕੱਢ ਦਿੱਤਾ ਤੇ ਤੂੰ ਮੇਰੀ ਗੱਲ ਮੰਨ, ਆਪਾਂ ਨੂੰ ਦਵਾਈ ਕਿਸੇ ਨੇ ਦੇਣੀ, ਤੇਰੇ ਪੁੱਤਰ ਨੇ ਵੀ ਮਰ ਜਾਣਾ ਤੇ ਤੂੰ ਵੀ ਮਰ ਜਾਣਾ ਤੇ ਮੈਂ ਤੇਰੇ ਵਾਸਤੇ ਧੀਏ ਕੁਛ ਨਹੀਂ ਕਰ ਸਕਦੀ। ਜਦੋਂ ਉਹ ਬੱਚੀ ਪੀੜ ਨਾਲ ਕੁਰਲਾ ਰਹੀ ਸੀ ਤੇ ਬਾਬਾ ਖੁਦਾ ਸਿੰਘ ਦੇ ਘਰ ਤੱਕ ਉਸ ਬੱਚੀ ਦੇ ਕੁਰਲਾਉਣ ਦੀਆਂ ਆਵਾਜ਼ਾਂ ਜਾ ਰਹੀਆਂ ਸਨ। ਬਾਬਾ ਖੁਦਾ ਸਿੰਘ ਜੀ ਉਸ ਬੀਬੀ ਦੇ ਘਰ ਗਏ, ਦਰਵਾਜ਼ਾ ਖੜਕਾਇਆ ਤੇ ਬੀਬੀ ਦਰਵਾਜ਼ਾ ਖੋਲ ਕੇ ਕਹਿਣ ਲੱਗੀ, ਬਾਬਾ ਜੀ ਤੁਸੀਂ? ਕਹਿਣ ਲੱਗਾ, ਹਾਂ ਮਾਂ ਜੀ ਮੈਂ। ਤੁਹਾਡੇ ਘਰ ਦੇ ਵਿੱਚੋਂ ਕੁਰਲਾਉਣ ਦੀਆਂ ਦਰਦ ਦੀਆਂ ਆਵਾਜ਼ਾਂ ਬੜੀਆਂ ਆ ਰਹੀਆਂ ਨੇ, ਮੇਰੇ ਕੋਲ ਸੁਣ ਕੇ ਰਹਿ ਨਹੀਂ ਹੋਇਆ ਤੇ ਮੈਂ ਤੁਹਾਡਾ ਹਾਲ ਪੁੱਛਣ ਵਾਸਤੇ ਆਇਆ, ਦੱਸੋ ਕੀ ਗੱਲ ਹੈ। ਤੇ ਉਹ ਮਾਈ ਕਹਿਣ ਲੱਗੀ, ਬਾਬਾ ਖੁਦਾ ਸਿੰਘ ਸਾਡੇ ਘਰ ਨਾ ਆਈ, ਐਸੀ ਚੰਡਾਲ ਲੋਕ, ਐਸੀ ਸ਼ੂਦਰ ਲੋਕ ਤੇ ਪੈਦਾ ਹੀ ਇਸ ਕਰਕੇ ਹੁੰਦੇ ਆ ਕਿ ਅਸੀਂ ਕੁਰਲਾ ਕੇ ਮਰ ਜਾਈਏ, ਸਾਡੇ ਕਰਮਾਂ 'ਚ ਦਵਾਈ ਵੀ ਹੈ ਨਹੀਂ।
ਤੇ ਬਾਬਾ ਖੁਦਾ ਸਿੰਘ ਕਹਿਣ ਲੱਗੇ, ਮਾਤਾ ਮੈਨੂੰ ਆਪਣੇ ਘਰ ਤਾਂ ਆਉਣ ਦੇ, ਮੈਂ ਗੁਰੂ ਨਾਨਕ ਦਾ ਸਿੱਖ ਹਾਂ ਤੇ ਗੁਰੂ ਨਾਨਕ ਦੇ ਘਰ ਵਿੱਚ ਕੋਈ ਉੱਚਾ ਨੀਵਾਂ, ਕੋਈ ਭੇਦਭਾਵ ਨਹੀਂ। ਬਾਬਾ ਖੁਦਾ ਸਿੰਘ ਜੀ ਘਰ ਦੇ ਅੰਦਰ ਗਏ, ਮਾਈ ਨੂੰ ਪੁੱਛਿਆ ਕਿ ਮਾਈ ਤਕਲੀਫ ਕੀ ਹੈ? ਤੇ ਮਾਤਾ ਕਹਿਣ ਲੱਗੀ, ਬਾਬਾ ਜੀ ਅਸਲ ਵਿੱਚ ਮੇਰੀ ਬੱਚੀ ਦੇ ਅਸਥਨ ਦੇ ਵਿੱਚ ਦੁੱਧ ਜਿਹੜਾ ਹੈ ਉਹ ਰੁਕ ਚੁੱਕਾ ਹੈ। ਜ਼ਖਮ ਹੋਣ ਕਰਕੇ ਬੱਚੀ ਦੇ ਅਸਥਨ ਚੋਂ ਦੁੱਧ ਨਹੀਂ ਆ ਰਿਹਾ, ਬੱਚਾ ਭੁੱਖ ਨਾਲ ਕੁਰਲਾ ਰਿਹਾ ਹੈ, ਬੱਚੀ ਦਰਦ ਨਾਲ ਕੁਰਲਾ ਰਹੀ ਹੈ। ਵੈਦ ਦੇ ਘਰ ਗਈ ਸਾਂ, ਵੈਦ ਨੇ ਮੈਨੂੰ ਝਿੜਕਾ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਹੈ। ਹੁਣ ਮੇਰੇ ਕੋਲ ਇਸ ਬੱਚੀ ਦਾ ਇਲਾਜ ਕਰਵਾਉਣ ਵਾਸਤੇ ਕੋਈ ਹੱਲ ਨਹੀਂ। ਤੇ ਬਾਬਾ ਖੁਦਾ ਸਿੰਘ ਜੀ ਨੇਤਰ ਬੰਦ ਕਰਕੇ ਹੱਥ ਜੋੜ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗੇ, ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਜਿਹੜੀ ਆਪਣੇ ਤੋਂ ਵੱਡੀ ਔਰਤ ਹੋਵੇ ਉਹ ਮਾਤਾ ਦੇ ਸਮਾਨ, ਜਿਹੜੀ ਬਰਾਬਰ ਹੋਵੇ ਭੈਣ ਦੇ ਸਮਾਨ, ਤੇ ਜਿਹੜੀ ਛੋਟੀ ਹੋਵੇ ਉਹ ਧੀ ਦੇ ਸਮਾਨ। ਅੱਜ ਇਹ ਮੇਰੀ ਧੀ ਤਕਲੀਫ ਵਿੱਚ ਹੈ ਤੇ ਮੈਂ ਤੇਰੇ ਦਰ ਦਾ ਸੇਵਾਦਾਰ, ਤੇਰੇ ਦਰ ਦਾ ਸਿੱਖ, ਇਸ ਬੱਚੀ ਦੇ ਇਲਾਜ ਵਾਸਤੇ ਚਾਰਿਆਂ, ਕਿਰਪਾ ਕਰੀ ਮੇਰੇ ਸਿਰ ਤੇ ਹੱਥ ਰੱਖੀ। ਤੇ ਬਾਬੇ ਖੁਦਾ ਸਿੰਘ ਜੀ ਨੇ ਉਸ ਬੱਚੀ ਦੇ ਅਸਥਨ ਦਾ ਜ਼ਖਮ ਆਪਣੇ ਮੂੰਹ ਵਿੱਚ ਪਾ ਕੇ ਚੂਸ ਕੇ ਤੇ ਅਸਥਨ ਦੇ ਵਿੱਚੋਂ ਰੇਸ਼ਾ ਕੱਢ ਕੇ ਤੇ ਬਾਹਰ ਥੁੱਕ ਦਿੱਤਾ ਤੇ ਬੱਚੀ ਨੂੰ ਸੁੱਖ ਦਾ ਸਾਹ ਆਇਆ ਤੇ ਬੱਚੀ ਨੇ ਆਪਣੇ ਬੱਚੇ ਨੂੰ ਦੁੱਧ ਪਿਲਾ ਕੇ ਤੇ ਉਹਦੀ ਭੁੱਖ ਦੂਰ ਕੀਤੀ। ਇਹ ਹੈ ਗੁਰਮੁਖੋ ਗੁਰਸਿੱਖੀ। ਮਹਾਂਪੁਰਖ ਇਹ ਆਛਾ ਲੈ ਕੇ ਚੱਲੇ ਨੇ, ਕਿਉਂਕਿ ਸਾਡੇ ਇਲਾਕੇ ਵਿੱਚ ਵੀ, ਅੰਮ੍ਰਿਤਸਰ ਦੇ ਇਲਾਕੇ ਵਿੱਚ ਵੀ, ਸ਼ਾਇਦ ਆਪ ਜੀ ਵੀ ਸੰਗਤਾਂ ਬੈਠੀਆਂ ਵੀ ਹੋਣ, ਉਹਨਾਂ ਥਾਵਾਂ ਤੇ ਜਾ ਕੇ ਇਹਨਾਂ ਨੇ ਸਕੂਲ ਖੋਲ੍ਹੇ ਨੇ ਜਿੱਥੋਂ ਦੇ ਲੋਕਾਂ ਦੇ ਵਿੱਚ ਅਨਪੜ੍ਹਤਾ ਬਹੁਤ ਜ਼ਿਆਦਾ ਹੈ। ਸਕੂਲ ਹੋਰ ਬਹੁਤ ਲੋਕ ਵੀ ਖੋਲ੍ਹਦੇ ਨੇ, ਹਸਪਤਾਲ ਵੀ ਖੋਲ੍ਹਦੇ ਨੇ, ਲੇਕਿਨ ਕਮਾਈ ਕਰਨ ਵਾਸਤੇ, ਪੈਸੇ ਇਕੱਠੇ ਕਰਨ ਵਾਸਤੇ। ਲੇਕਿਨ ਇਹ ਮਹਾਂਪੁਰਖ ਉਸ ਇਲਾਕੇ ਵਿੱਚ ਜਾ ਕੇ ਇਹਨਾਂ ਨੇ ਸਕੂਲ ਖੋਲ੍ਹੇ ਨੇ ਔਰ ਕਨਵੈਂਟ ਦਰਜੇ ਦੇ ਸਕੂਲਾਂ ਦੇ ਬਰਾਬਰ ਇਹਨਾਂ ਦੇ ਸਕੂਲਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ। ਜਿਹੜੇ ਇਲਾਕੇ ਵਿੱਚ ਕੋਈ ਅਮੀਰ ਜਾ ਕੇ ਸਕੂਲ ਨਹੀਂ ਖੋਲ੍ਹਦਾ, ਕਿਉਂਕਿ ਉੱਥੋਂ ਦੇ ਲੋਕਾਂ ਦੇ ਕੋਲ ਇੰਨੀਆਂ ਫੀਸਾਂ ਹੈ ਨਹੀਂ। ਇਹ ਇਹਨਾਂ ਮਹਾਂਪੁਰਖਾਂ ਦੀ ਵਡਿਆਈ ਹੈ ਕਿ ਇਹ ਉਹਨਾਂ ਥਾਵਾਂ ਤੱਕ ਜਾ ਕੇ ਪਹੁੰਚ ਕਰਦੇ ਨੇ ਜਿੱਥੇ ਲੋਕਾਂ ਨੂੰ ਹਸਪਤਾਲਾਂ ਦੀ, ਸਕੂਲਾਂ ਦੀ ਲੋੜ ਹੋਵੇ, ਜਿੱਥੇ ਇਹ ਗੁਰਬਾਣੀ ਕੀਰਤਨ ਰਾਹੀਂ, ਨਾਮ ਸਿਮਰਨ ਦੇ ਰਾਹੀਂ ਆਤਮਿਕ ਦੁੱਖ ਦੂਰ ਕਰਦੇ ਨੇ, ਆਤਮਿਕ ਵਿਦਿਆ ਦਿੰਦੇ ਨੇ। ਉੱਥੇ ਇਹ ਹਸਪਤਾਲਾਂ ਰਾਹੀਂ ਤੇ ਸਕੂਲਾਂ ਦੇ ਰਾਹੀਂ ਦੁਨਿਆਵੀ ਵਿਦਿਆ ਲੋਕਾਂ ਤੱਕ ਪਹੁੰਚਾ ਰਹੇ ਨੇ। ਸਾਡੀ ਇਹ ਅਰਦਾਸ ਹੈ ਕਿ ਇਸ ਅਸਥਾਨ ਤੇ ਜੋ ਵੀ ਆਵੇ ਰਾਜੀ ਜਾਵੇ। ਤੇ ਇਹ ਅਰਦਾਸ ਕਰਦੇ ਹਾਂ ਕਿ ਮਹਾਂਪੁਰਖਾਂ ਨੂੰ ਸਤਿਗੁਰੂ ਜੀ ਹਮੇਸ਼ਾ ਹੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰਨ, ਤੰਦਰੁਸਤੀਆਂ ਬਖਸ਼ਿਸ਼ ਕਰਨ ਤੇ ਇਹ ਸਮਾਜ ਭਲਾਈ ਦੇ, ਪੰਥ ਦੇ ਭਲੇ ਵਾਸਤੇ ਜਿਹੜੇ ਕਾਰਜ ਇਹਨਾਂ ਨੇ ਆਰੰਭ ਕੀਤੇ ਨੇ ਉਹ ਕਰਦੇ ਰਹਿਣ। ਦਾਸ ਵੱਲੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਸਮਾਗਮਾਂ 'ਚ ਹਾਜ਼ਰੀ ਭਰਨ ਵਾਸਤੇ ਆਪ ਆਉਣਾ ਸੀ, ਕੋਈ ਰੁਝੇਵਾਂ ਪੈ ਜਾਣ ਕਰਕੇ ਉਹ ਹਾਜ਼ਰੀ ਨਹੀਂ ਭਰ ਸਕੇ। ਉਹਨਾਂ ਦੀ ਹਾਜ਼ਰੀ ਦਾਸ ਵੱਲੋਂ ਸਰਬੱਤ ਸੰਗਤਾਂ ਗੁਰੂ ਸਾਹਿਬ ਆਪਣੇ ਚਰਨਾਂ ਵਿੱਚ ਪ੍ਰਵਾਨ ਕਰ ਲੈਣ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਸਿੱਖ ਕੌਮ ਦੇ ਮਹਾਨ ਵਿਦਵਾਨਾਂ ਦੀ ਲੰਮੀ ਕਤਾਰ ਦੇ ਵਿੱਚੋਂ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਜ਼ੀਰ ਸਾਹਿਬ ਜਿਹੜੇ ਕਿ ਹਾਜ਼ਰੀ ਲਵਾ ਰਹੇ ਸਨ, ਬਹੁਤ ਹੀ ਵਿਦਵਤਾ ਭਰੇ ਅਲਫਾਜ਼ਾਂ ਦੇ ਨਾਲ ਹਾਜ਼ਰੀ ਸਭੇ ਥਾ दिठे सभे था नहीं तुझ